ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਬਾਣੀ ਕੇ ਬੋਹਿਤ ਦੇ ਸ਼ਹੀਦੀ ਦਿਹਾੜਿਆਂ ਨੂੰ ਮੁੱਖ ਰੱਖਦਿਆਂ ਹੋਇਆ ਆਪ ਜੀ ਧੰਨ ਧੰਨ ਗੁਰੂ ਅਰਜਨ ਸਾਹਿਬ ਦੇ ਜੀਵਨ ਬਿਰਤਾਂਤ ਤੇ ਕਥਾ ਸਰਵਣ ਕਰ ਰਹੇ ਹੋ। ਕੱਲ ਆਪ ਜੀਆਂ ਨੇ ਸਰਵਣ ਕੀਤਾ ਸੀ ਕਿ 4 ਚਿੱਠੀਆਂ ਦਾ ਇਤਿਹਾਸ। ਅੱਗੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜਦੋਂ ਕੁਝ ਸਮਾਂ ਗੋਇੰਦਵਾਲ ਸਾਹਿਬ ਆਪਣੇ ਸਤਿਕਾਰਯੋਗ ਮਾਮਾ ਜੀ ਕੋਲ ਰਹੇ ਹਨ, ਫਿਰ ਮਾਤਾ ਜੀ ਨੂੰ ਨਾਲ ਲੈ ਕੇ ਗੁਰਮੁਖ ਪਿਆਰਿਓ ਰਾਮਦਾਸਪੁਰ ਵਿੱਚ ਆ ਗਏ। ਪਰ ਪਿਰਥੀ ਚੰਦ ਨੇ ਆਪਣੀ ਈਰਖਾ ਨਾ ਛੱਡੀ। ਇਸੇ ਤਰ੍ਹਾਂ ਕਿਉਂਕਿ ਜੋ ਮਸੰਦ ਭੇਜ ਕੇ ਸੰਗਤਾਂ ਨੂੰ ਰੋਕ ਲੈਣਾ, ਆਪ ਚੜਾਵੇ ਲੈਣੇ, ਕਹਿਣਾ ਵੱਡਾ ਪੁੱਤਰ ਹੋਣ ਤੇ ਮੈਂ ਗੁਰੂ ਹਾਂ। ਇਸ ਤੋਂ ਅੱਗੇ ਭਾਈ ਗੁਰਦਾਸ ਜੀ ਦਾ ਜਦੋਂ ਮਿਲਾਪ ਹੁੰਦਾ ਹੈ, ਆਗਰੇ ਤੋਂ ਪ੍ਰਚਾਰ ਕਰਕੇ ਭਾਈ ਸਾਹਿਬ ਭਾਈ ਗੁਰਦਾਸ ਜੀ ਜਦੋਂ ਵਾਪਸ ਆਏ ਤੇ ਰਾਮਦਾਸ ਚੱਕ ਦੇ ਸਾਰੇ ਹਾਲਾਤ ਵੇਖੇ। ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਦਰਬਾਰ ਵਿੱਚ ਪੁੱਜੇ ਤੇ ਮਹਾਰਾਜ ਦੇ ਸੱਚਖੰਡ ਜਾਣ ਦਾ ਕਾਰਨ ਪੁੱਛਿਆ। ਰਜਾ ਮਾਲਕ ਦੀ ਕਹਿੰਦਿਆਂ ਸੁਖ ਸ਼ਾਂਤ ਪੁੱਛ ਰਹੇ ਸਨ। ਜਦੋਂ ਲੰਗਰ ਵਿੱਚ ਗਏ ਤੇ ਪੰਗਤਾਂ ਵਿੱਚ ਬੈਠ ਕੇ ਲੰਗਰ ਵਰਤਿਆ। ਪੰਗਤ 'ਚੋਂ ਆ ਕੇ ਪੁੱਛ ਕੀਤੀ। ਭੈਣ ਭਾਨੀ ਜੀ ਨੇ ਸਾਰੀ ਵਾਰਤਾ ਦੱਸੀ ਆਪਣੇ ਵੱਡੇ ਪੁੱਤਰ ਦੀ। ਤੇ ਭਾਈ ਗੁਰਦਾਸ ਜੀ ਧੰਨ ਧੰਨ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਚਲੇ ਗਏ, ਜਿੱਥੇ ਅੱਜ ਕੱਲ੍ਹ ਪਿਪਲੀ ਸਾਹਿਬ ਗੁਰਦੁਆਰਾ ਸਾਹਿਬ ਹੈ। ਗੁਰਮੁਖ ਪਿਆਰਿਓ, ਉੱਥੇ ਇੱਕ ਥੜਾ ਬਣਾਇਆ, ਚਿੱਟੀ ਚਾਦਰ ਥੜੇ ਤੇ ਵਿਛਾ ਕੇ ਤੇ ਚੌਰ ਕਰਨ ਲੱਗ ਪਏ। ਸੰਗਤਾਂ ਦਾ ਕਾਫਲਾ ਜਦੋਂ ਆਇਆ ਨਾ ਤੇ ਪੁੱਛ ਕੀਤੀ, ਭਾਈ ਸਾਹਿਬ ਇਹ ਕੀ ਸਥਾਨ ਹੈ? ਤੇ ਭਾਈ ਸਾਹਿਬ ਨੇ ਕਿਹਾ ਮੱਥਾ ਟੇਕੋ, ਫਿਰ ਦੱਸਦੇ ਹਾਂ। ਸੰਗਤਾਂ ਨੇ ਦਸਵੰਧ ਆਪਣਾ ਆਪਣਾ ਰੱਖ ਕੇ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕ ਦਿੱਤਾ। ਭਾਈ ਸਾਹਿਬ ਨੇ ਚਾਦਰ ਵਿੱਚ ਪੰਡ ਬੰਨ੍ਹ ਲਈ। ਆਖਿਆ ਆਓ ਤੁਹਾਨੂੰ ਗੁਰੂ ਮਹਾਰਾਜ ਕੋਲ ਲੈ ਚੱਲੀਏ, ਉਹ ਸਭ ਹਾਲ ਦੱਸਣਗੇ। ਅੱਗੇ ਪਿਰਥੀ ਚੰਦ ਦੇ ਮਸੰਦ ਜਦੋਂ ਖਲੋਤੇ ਵੇਖੇ ਨਾ ਤੇ ਭਾਈ ਜੀ ਪੰਡ ਲੈ ਕੇ ਦੂਜੇ ਰਸਤੇ ਨਿਕਲ ਗਏ। ਸੰਗਤਾਂ ਨੇ ਮਸੰਦਾਂ ਨੂੰ ਘੇਰ ਕੇ ਆਖਣ ਲੱਗੇ, ਗੁਰੂ ਪਿਰਥੀ ਚੰਦ ਹੈ, ਚੱਲ ਮੱਥਾ ਟੇਕੋ। ਸੰਗਤ ਨੇ ਆਖਿਆ ਦਸਵੰਧ ਤਾਂ ਸਾਰਾ ਲੈ ਗਏ ਨੇ ਬਾਬਾ ਬੁੱਢਾ ਜੀ ਤੇ ਭਾਈ ਗੁਰਦਾਸ ਜੀ, ਮੱਥਾ ਖਾਲੀ, ਜਿੱਥੇ ਮਰਜ਼ੀ ਹੈ ਟਿਕਾ ਲਓ। ਮਸੰਦ ਬੁਰਾ ਭਲਾ ਕਹਿੰਦੇ ਚਲੇ ਗਏ। ਸੰਗਤਾਂ ਨੇ ਗੁਰੂ ਅਰਜਨ ਸਾਹਿਬ ਦੇ ਦਰਬਾਰ ਆ ਕੇ ਜਦੋਂ ਮੱਥਾ ਟੇਕਿਆ, ਇਸ ਤਰ੍ਹਾਂ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਾਰਾ ਗੁਰੂ ਦਰਬਾਰ ਦਾ ਪ੍ਰਬੰਧ ਆਪ ਸੰਭਾਲ ਲਿਆ। ਗੁਰਮੁਖ ਪਿਆਰੇ, ਜਦੋਂ ਧੰਨ ਧੰਨ ਬਾਬਾ ਬੁੱਢਾ ਜੀ ਦੇ ਕੁਝ ਹੋਰ ਮੁਖੀ ਸਿੱਖ ਪਿਪਲੀ ਸਾਹਿਬ ਵਾਲੀ ਥਾਂ ਤੇ ਬਿਠਾ ਦਿੱਤੇ
ਕੁਝ ਬਾਹਰ ਇਲਾਕਿਆਂ ਵਿੱਚ ਭੇਜ ਦਿੱਤੇ, ਕੁਝ ਚਿੱਠੀਆਂ ਬਾਹਰ ਭੇਜ ਕੇ ਸੰਗਤਾਂ ਨੂੰ ਪਿਰਥੀਏ ਮੀਣੇ ਦੀਆਂ ਕਰਤੂਤਾਂ ਤੋਂ ਜਦੋਂ ਜਾਣੂ ਕਰਵਾਇਆ ਨਾ, ਤੇ ਗੁਰੂ ਕੇ ਚੱਕ ਦੇ ਕੁਝ ਚੌਧਰੀਆਂ ਨੇ ਪਿਰਥੀਏ ਨੂੰ ਕਹਿਣਾ ਤੇ ਗੁਰੂ ਮਹਾਰਾਜ ਕੋਲ ਬੇਨਤੀ ਕੀਤੀ, ਕੁਝ ਵੱਡੇ ਭਰਾ ਨੂੰ ਵੀ ਜਾਇਦਾਦ ਦੇ ਦਿਓ, ਕੁਝ ਐਸਾ ਦੇ ਦਿਓ ਕਿ ਉਸ ਦਾ ਗੁਜ਼ਾਰਾ ਹੁੰਦਾ ਰਹੇ। ਮਹਾਰਾਜ ਨੇ ਸਾਰਾ ਕੁਝ ਦੇ ਦਿੱਤਾ। ਗੁਰਮੁਖ ਪਿਆਰਿਓ, ਆਪ ਸਿਰਫ ਸੰਗਤਾਂ ਦੀ ਕਾਰ ਭੇਟਾ ਤੋਂ ਹੀ ਸਾਰਾ ਕੰਮ ਚਲਾਉਣ ਲੱਗ ਪਏ। ਪਿਰਥੀਏ ਨੇ ਫਿਰ ਵੀ ਨਾ ਸਮਝ ਕੀਤੀ, ਕਿ ਜਦੋਂ ਈਰਖਾ ਪੈਦਾ ਹੋ ਜਾਵੇ ਨਾ, ਜਦੋਂ ਘਰ ਪਰਿਵਾਰ ਦੇ ਵਿੱਚ ਤਰੇੜ ਪੈ ਜਾਵੇ ਤੇ ਉਹ ਘਰ ਅੱਗੇ ਨਹੀਂ ਵੱਧਦਾਗਾ। ਵਿਰੋਧਤਾ ਉਸਦੇ ਲੂੰ ਦੇ ਵਿੱਚ ਭਰੀ ਹੋਈ ਸੀ। ਮਹਾਰਾਜ ਨੇ ਕੁਝ ਸਮੇਂ ਲਈ ਗੁਰੂ ਕਾ ਚੱਕ ਛੱਡ ਦਿੱਤਾ। ਪਿੰਡ ਵਡਾਲੀ ਦੇ ਵਿੱਚ ਜਾ ਕੇ ਡੇਰਾ ਕੀਤਾ। ਇਹ ਪਿੰਡ ਸੇਹਟਾ ਸਾਹਿਬ ਦੇ ਨੇੜੇ ਹੈ। ਕਈ ਵਾਰ ਗੁਰਸਿੱਖ ਸੰਗਤਾਂ ਦਰਸ਼ਨ ਵੀ ਕਰਦੀਆਂ ਹਨ। ਸੇਹਟਾ ਇੱਥੇ 3-4 ਸਾਲ ਗੁਰੂ ਜੀ ਆਪ ਬਿਰਾਜਮਾਨ ਰਹੇ। ਇੱਥੇ ਹੀ ਸਾਹਿਬਜ਼ਾਦੇ ਗੁਰੂ ਹਰਗੋਬਿੰਦ ਸਾਹਿਬ ਜੀ ਦਾ 6ਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ। ਖੁਸ਼ੀਆਂ ਤੇ ਮੰਗਲਾਚਾਰ ਵਿੱਚ ਸ਼ਬਦ ਉਚਾਰਨ ਕੀਤੇ ਉੱਥੇ, ਤੇ ਸਤਿਗੁਰੂ ਜੀ ਆਸਾ ਰਾਗ ਦੇ ਵਿੱਚ ਧੰਨ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਹ ਸ਼ਬਦ ਉਚਾਰਨ ਕੀਤਾ, ਸਤਿਗੁਰ ਸਾਚੇ ਦੀਆ ਭੇਜ। ਜਦੋਂ ਗੁਰਮੁਖ ਪਿਆਰੇ ਇਹ ਸ਼ਬਦ ਦੀ ਉਚਾਰਨਾ ਹੋਈ ਨਾ, ਪਿਰਥੀ ਚੰਦ ਦਾ ਵੈਰ ਤੇ ਈਰਖਾ ਸ਼ੁਰੂ ਤੋਂ ਹੀ ਚੱਲੀ ਆਉਂਦੀ ਸੀ। ਆਪ ਜੀ ਨੇ ਕੱਲ ਵੀ ਸਰਵਣ ਕੀਤਾ ਹੈ। ਬਾਬਾ ਮਹਾਦੇਵ ਨੂੰ ਆਗਿਆ ਕੀਤੀ, ਉਹ ਨਹੀਂ ਗਏ ਲਾਹੌਰ। ਪਿਰਥੀ ਚੰਦ ਨੂੰ ਆਖਿਆ, ਉਹ ਨਹੀਂ ਵਿਆਹ ਤੇ ਗਏ। ਜਦੋਂ ਤੀਜੀ ਵਾਰੀ ਧੰਨ ਧੰਨ ਗੁਰੂ ਅਰਜਨ ਸਾਹਿਬ ਜੀ ਨੂੰ ਬਚਨ ਕੀਤਾ, ਸਤਿਕਾਰਯੋਗ ਚੌਥੇ ਪਾਤਸ਼ਾਹ ਧੰਨ ਧੰਨ ਗੁਰੂ ਰਾਮਦਾਸ ਮਹਾਰਾਜ ਸੋਢੀ ਸੁਲਤਾਨ, ਕਹਿੰਦੇ ਅਰਜਨ ਦੇਵ ਜੀ ਆਪ ਵਿਆਹ ਵਿਖੇ ਲਾਹੌਰ ਚਲੇ ਜਾਓ। ਤੇ ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਜੀਆਂ ਨੇ ਸਤ ਬਚਨ ਮੰਨ ਕੇ ਗੱਲ ਨੂੰ ਸਤਿਕਾਰ ਸਹਿਤ ਪ੍ਰਵਾਨ ਕੀਤਾ ਤੇ ਗੁਰੂ ਪਿਤਾ ਦਾ ਹੁਕਮ ਮੰਨ ਕੇ ਲਾਹੌਰ ਚਲੇ ਗਏ। ਪਰ ਪਿਰਥੀ ਚੰਦ ਦਾ ਵੈਰ, ਪਿਰਥੀ ਚੰਦ ਦੀ ਈਰਖਾ ਮਨ ਵਿੱਚ ਉਵੇਂ ਰਹੀ। ਪਰ ਜਦੋਂ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਅਵਤਾਰ ਹੋਇਆ ਨਾ, ਤੇ ਸੁਣਿਆ ਤਾਂ ਇਹਨਾਂ ਦੇ ਆਮ ਗੱਲ ਹੈ, ਕਹਿੰਦੇ ਕਿ ਇਸ ਚੀਜ਼ ਨੂੰ ਚੰਗਾ ਨਾ ਸਮਝਿਆ। ਦੋਵੇਂ ਜੀ ਪਿਰਥੀ ਚੰਦ ਅਤੇ ਇਹਨਾਂ ਦੇ ਘਰਵਾਲੀ ਕਰਮੋ, ਇਹ ਦੋਵੇਂ ਜੀ ਈਰਖਾ ਤੇ ਦਵੈਤ ਦੀ ਅੱਗ ਵਿੱਚ ਜਦੋਂ ਸੜਨਾ ਸ਼ੁਰੂ ਕੀਤਾ, ਕਹਿੰਦੇ ਕਿ ਗੁਰੂ ਹਰਗੋਬਿੰਦ ਸਿੰਘ ਦਾ ਅਵਤਾਰ ਹੋਇਆ। ਇਹ ਖੁਸ਼ੀ ਦੀ ਖਬਰ ਸੁਣ ਕੇ ਇਹਨਾਂ ਨੇ ਈਰਖਾ ਹੋਰ ਤਿਆਰ ਕਰ ਲਈ, ਕਿਉਂਕਿ ਇਹਨਾਂ ਦਾ ਵਿਚਾਰ ਸੀ ਕਿ ਗੁਰੂ ਅਰਜਨ ਦੇਵ ਦੇ ਘਰ ਸੰਤਾਨ ਕੋਈ ਨਾ ਹੋਵੇ, ਇਸ ਦੇ ਘਰ ਵਿੱਚ ਬੂਟਾ ਨਾ ਲੱਗੇ। ਇਸ ਵਾਸਤੇ ਉਹਨਾਂ ਦੇ ਪਿੱਛੋਂ ਜਦੋਂ ਸਾਡਾ ਪੁੱਤਰ ਮਿਹਰਬਾਨ ਹੀ ਗੁਰਗੱਦੀ ਦਾ ਮਾਲਕ ਬਣੇਗਾ
ਪਿਰਥੀਏ ਚੰਦ ਦਾ ਲੜਕਾ ਮਿਹਰਬਾਨ। ਇਹਨਾਂ ਦੇ ਗੁਰਮੁਖ ਪਿਆਰੇ ਜਦੋਂ ਮਨ ਵਿੱਚ ਸੀ ਨਾ ਕਿ ਗੁਰੂ ਅਰਜਨ ਸਾਹਿਬ ਦੀ ਸੰਤਾਨ ਨਾ ਹੋਵੇ, ਪਰਿਵਾਰ ਵਿੱਚ ਵਾਧਾ ਨਾ ਹੋਵੇ, ਤੇ ਸਾਡਾ ਬੇਟਾ ਜਿਹੜਾ ਮਿਹਰਬਾਨ ਹੈ ਉਹ ਗੁਰਗੱਦੀ ਦਾ ਮਾਲਕ ਹੋਵੇਗਾ। ਹੁਣ ਈਰਖਾ ਦੀ ਗੱਲ ਹੈ, ਉਹ ਆਸ ਉਹਨਾਂ ਦੀ ਖਤਮ ਹੋ ਗਈ, ਕਿਉਂਕਿ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀਆਂ ਦੇ ਜਦੋਂ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਦਾ ਅਵਤਾਰ ਹੋਇਆ ਨਾ ਗ੍ਰਹਿ ਵਿਖੇ, ਕਿੱਥੇ ਤਾਂ ਸਿੱਖ ਸੰਗਤਾਂ ਨੇ ਬਹੁਤ ਹੀ ਖੁਸ਼ੀਆਂ ਮਨਾਈਆਂ, ਤੇ ਧੰਨ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਦਾ ਸਕਾ ਭਰਾ ਪਿਰਥੀ ਚੰਦ ਇਹ ਬੜਾ ਵਿਰੋਧਤਾ ਕਰਦਾ ਸੀ। ਕਰਮੋਂ ਨੇ ਇੱਕ ਦਾਈ ਨਾਲ ਗੰਢ ਤੁਪ ਕੀਤੀ, ਪਿਰਥੀਏ ਚੰਦ ਦੇ ਘਰ ਵਾਲੀ ਕਰਮੋਂ। ਜਦੋਂ ਦਾਈ ਨਾਲ ਇੱਕ ਗੱਲਬਾਤ ਕਰਕੇ ਕੁਝ ਲਾਲਚ ਦਿੱਤਾ ਉਸਨੂੰ, ਉਸ ਪਾਪਣ ਨੇ ਦੁੱਧ ਵਾਲੀ ਜਗ੍ਹਾ ਤੇ ਜ਼ਹਿਰ ਲਾ ਦਿੱਤਾ। ਗੁਰਮੁਖ ਪਿਆਰੇ, ਜਦੋਂ ਈਰਖਾ ਹੀ ਪੈਦਾ ਹੋ ਗਈ ਤੇ ਉਹ ਕੁਝ ਵੀ ਕਰ ਸਕਦਾ ਹੈ। ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਖਤਮ ਕਰਨ ਦੇ ਤੁਲ ਜਦੋਂ ਕਰਮੋਂ ਨੇ ਦਾਈ ਦੇ ਨਾਲ ਗੰਢ ਤੁਪ ਕਰਕੇ ਦੁੱਧ ਵਾਲੀ ਜਗ੍ਹਾ ਤੇ ਜਦੋਂ ਜ਼ਹਿਰ ਲਾਇਆ ਨਾ, ਕਿ ਜਦੋਂ ਬੱਚਾ ਦੁੱਧ ਚੁੰਗੇਗਾ ਤੇ ਆਪਣੇ ਆਪ ਇਸ ਦੀ ਮੌਤ ਹੋ ਜਾਵੇਗੀ। ਚੰਗੇ ਸੁੰਦਰ ਕੱਪੜੇ ਪਹਿਨੇ ਵਧਾਈ ਦੇਣ ਦੇ ਬਹਾਨੇ ਜਦੋਂ ਵਡਾਲੀ ਸਾਹਿਬ ਪੁੱਜੀ ਨਾ ਦਾਈ, ਔਰਤਾਂ ਵਿੱਚ ਜਾ ਕੇ ਬਹਿ ਗਈ। ਗੱਲਾਂ ਕਰਦਿਆਂ ਚੱਲ ਚੱਲ ਗਈਆਂ। ਕਹਿੰਦੇ ਬਾਲਕ ਰੋਂਦਾ ਹੋਵੇ, ਡਰਦਾ ਹੋਵੇ, ਨਰੋਆ ਵੀ ਹੋਵੇ ਤਾਂ ਮੈਨੂੰ ਇਹ ਕੁਦਰਤੀ ਦਾਤ ਮਿਲੀ ਹੈ। ਉਸ ਦਾਈ ਨੇ ਕਿਹਾ, ਬਾਲਕ ਗੋਦੀ ਵਿੱਚ ਲੈ ਕੇ ਆਪਣੇ ਜਦੋਂ ਦੁੱਧ ਚੁੰਘਾਉਣ ਦੀ ਕੋਸ਼ਿਸ਼ ਕੀਤੀ, ਕਹਿੰਦੇ ਉਹ ਸਾਰੀ ਉਮਰ ਬਾਲਕ ਅਰੋਗ ਰਹਿੰਦਾ। ਇਹ ਦਾਈ ਦੇ ਬਚਨ ਸੀ, ਜਿਸ ਕਰਮੋਂ ਨੇ ਦਾਈ ਨੂੰ ਜ਼ਹਿਰ ਲਾ ਕੇ ਭੇਜਿਆ। ਕਹਿੰਦੇ ਜਦੋਂ ਦੁੱਧ ਚੁੰਘੇਗਾ ਨਾ ਸਾਰੀ ਉਮਰ, ਕਹਿੰਦੇ ਕਿ ਇਹ ਅਰੋਗ ਰਹੇਗਾ, ਕੋਈ ਡਰ ਭੈ ਨਹੀਂ ਆਉਂਦਾਗਾ। ਇਸ ਦੀ ਪਰਖ ਕਰਨ ਵਾਸਤੇ ਔਰਤਾਂ ਦੀਆਂ ਗੱਲਾਂ ਵਿੱਚੋਂ ਹੀ ਇੱਕ ਔਰਤ ਨੇ ਉੱਠ ਕੇ ਬਾਲਕ ਹਰਗੋਬਿੰਦ ਜੀ ਨੂੰ ਲਿਆ ਕੇ ਉਸ ਦਾਈ ਨੂੰ ਜਦੋਂ ਫੜਾਇਆ ਨਾ, ਉਹ ਆਪਣਾ ਦੁਪੱਟਾ ਮੂੰਹ ਉੱਪਰ ਲੈ ਕੇ ਜਦੋਂ ਦੁੱਧ ਜਾਲੀ ਜਗ੍ਹਾ ਤੇ ਮੂੰਹ ਰੱਖਿਆ, ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀਆਂ ਦਾ ਤੇ ਧੰਨ ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀਆਂ ਨੇ ਉਸ ਦੁੱਧ ਵਾਲੀ ਜਗ੍ਹਾ ਨੂੰ ਗੁਰਮੁਖ ਪਿਆਰੇ ਮੂੰਹ ਤੱਕ ਨਹੀਂ ਲਾਇਆਗਾ, ਕਿਉਂਕਿ ਸਤਿਗੁਰੂ ਦੇ ਪਿੱਛੋਂ ਤੁਰ ਦਰਗਾਹ ਤੋਂ ਬਖਸ਼ਿਸ਼ ਸੀ। ਸਤਿਗੁਰੂ ਹਰਗੋਬਿੰਦ ਸਿੰਘ ਮਹਾਰਾਜ ਭਾਵੇਂ ਬਚਪਨ ਰੂਪ ਵਿੱਚ ਸਨ, ਉਹਨਾਂ ਦੀ ਜਾਨ ਖਤਮ ਕਰਨ ਦੀ ਤਕੀਦ ਜਦੋਂ ਸ਼ੁਰੂ ਹੁੰਦੀ ਹੈ ਨਾ, ਤੇ ਉਹ ਤੜਪ ਕੇ ਉਹ ਦਾਈ ਜਦੋਂ ਡਿੱਗੀ ਜ਼ਮੀਨ ਤੇ, ਉਲਟਾ ਜ਼ਹਿਰ ਜਿਹੜਾ ਆਪਣੇ ਦੁੱਧ ਵਾਲੀ ਜਗ੍ਹਾ ਤੇ ਉਸਨੇ ਲਾਇਆ ਸੀ, ਉਹ ਜ਼ਹਿਰ ਉਸ ਦਾਈ ਨੂੰ ਉਲਟਾ ਚੜ੍ਹ ਗਿਆ। ਉਸ ਦੀ ਇਹ ਜ਼ਹਿਰ ਚੜ੍ਹਨ ਦੇ ਨਾਲ ਉਹਦੀ ਮੌਤ ਆਪਣੀ ਹੋਈ, ਜਿਹੜੀ ਕਹਿੰਦੀ ਸੀ ਕਿ ਮੈਂ ਤੁਰ ਦਰਗਾਹ ਤੋਂ ਇਹ ਬਖਸ਼ਿਸ਼ਾਂ ਲੈ ਕੇ ਆਈ ਹਾਂ। ਤੇ ਕਰਮੋਂ ਨੇ ਜਦੋਂ ਰੁਪਏ ਦਿੱਤੇ ਸਨ ਬਾਬਾ ਪਿਰਥੀ ਚੰਦ ਦੇ ਘਰ ਵਾਲੀ ਕਰਮੋਂ,
ਲਾਲਚ ਦੇ ਕੇ ਬੰਦਾ ਕੁਝ ਵੀ ਕਰਾ ਸਕਦਾ ਹੈ, ਪਰ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀ ਨੂੰ ਇੱਕ ਉਂਗਲ ਤੱਕ ਵੀ ਕੋਈ ਨਾ ਕਰ ਸਕਿਆ। ਮਾਰਨ ਦੇ ਤਰੀਕੇ ਬੜੇ ਸਨ। ਬਾਲਕ ਹਰਗੋਬਿੰਦ ਨੂੰ ਮਾਰਨ ਵਾਸਤੇ ਕਹਿੰਦੀ ਹੋਰ ਕੋਈ ਢੰਗ ਵੀ ਵਰਤਣਾ ਚਾਹੇ ਤਾਂ ਮੈਂ ਉਹ ਵੀ ਵਰਤਾਂਗੀ, ਇਹ ਕਰਮੋਂ ਦਾ ਆਪਣਾ ਕਹਿਣਾ ਸੀ। ਇਸੇ ਤਰ੍ਹਾਂ ਇੱਕ ਸਪੇਰੇ ਨੂੰ ਕੁਝ ਰੁਪਏ ਦੇ ਕੇ ਸੱਪ ਲੜਾਉਣ ਦੀ ਕੋਸ਼ਿਸ਼ ਕੀਤੀ। ਧੰਨ ਗੁਰੂ ਹਰਗੋਬਿੰਦ ਸਿੰਘ ਮਹਾਰਾਜ ਜੀਆਂ ਨੂੰ ਬ੍ਰਾਹਮਣ ਨੂੰ ਸੱਦ ਕੇ ਕਹਿੰਦੇ ਇੱਕ ਸਪੇਰੇ ਨੂੰ ਕੁਝ ਰੁਪਏ ਦੇ ਦਿੱਤੇ, ਜ਼ਹਿਰ ਲਿਆ ਕੇ ਵੀ ਦਿੱਤੀ ਕਿ ਦਹੀਂ ਵਿੱਚ ਪਾ ਕੇ ਉਸ ਬੱਚੇ ਨੂੰ ਜ਼ਹਿਰ ਇਹ ਵਾਹਿਗੁਰੂ ਦਹੀਂ ਖਵਾ ਦਿਓ ਤੇ ਉਹ ਬੱਚਾ ਆਪਣੇ ਆਪ ਖਤਮ ਹੋ ਜਾਵੇਗਾ। ਪਰ ਗੱਲ ਬੜੀ ਸਪਸ਼ਟ ਹੈ, ਬਾਣੀ ਵਿੱਚ ਦੱਸਿਆ ਗੁਰਮੁਖ ਪਿਆਰੋ, ਜਿਸ ਦਾ ਰਾ ਤੂੰ ਰਖਵਾਲਾ ਮਾਰੈ ਤਿਸ ਕੌਣ। ਤੇ ਦੂਜੀ ਤੁਕ ਅਸੀਂ ਪੜ੍ਹਦੇ ਹਾਂ, ਜਿਸ ਕੇ ਸਿਰ ਉਪਰ ਤੂੰ ਸੁਆਮੀ ਸੋ ਦੁਖ ਕੈਸਾ ਪਾਵੈ। ਧੰਨ ਧੰਨ ਸਤਿਗੁਰੂ ਅਰਜਨ ਸਾਹਿਬ ਮਹਾਰਾਜ ਜੀ, ਜਿਨ੍ਹਾਂ ਇਹ ਸਭ ਕੁਝ ਸ਼ਾਂਤੀ ਨਾਲ ਜਰਿਆ ਤੇ ਉਹਨਾਂ ਨੂੰ ਸ਼ਾਂਤੀ ਦਾ ਅਹੁਦਾ ਪ੍ਰਾਪਤ ਹੋਇਆ। ਸ਼ਾਂਤੀ ਦੇ ਪੁੰਜ ਜਿਨ੍ਹਾਂ ਦਾ ਸ਼ਹੀਦੀ ਦਿਹਾੜਾ ਕੁਝ ਦਿਨ ਬਾਅਦ ਹੀ ਆਪਾਂ ਮਨਾ ਰਹੇ ਹਾਂ। ਵੱਡੇ ਭਰਾ ਨੇ ਬੜਾ ਕੁਝ ਕੀਤਾ, ਭਾਈ ਪਿਰਥੀਏ ਨੇ, ਮਗਰ ਇਹਨਾਂ ਦੇ ਮਨ ਦੇ ਵਿੱਚ ਕੋਈ ਭਰਾ ਸੰਬੰਧੀ ਮੈਲ ਨਹੀਂ ਆਈ। ਸੱਚ ਦੀ ਜਿੱਤ ਹੁੰਦੀ ਹੈ। ਕੱਲ੍ਹ ਵੀ ਆਪ ਜੀ ਨੇ ਵਿਚਾਰ ਸਰਵਣ ਕੀਤਾ ਹੈ। ਸੱਚ ਹਮੇਸ਼ਾ ਗੁਰਮੁਖ ਪਿਆਰੋ ਕਾਇਮ ਰਹਿੰਦਾ, ਝੂਠ ਦੇ ਪੈਰ ਨਹੀਂ ਹੁੰਦੇਗੇ। ਇਹ ਕਰਤਾਰ ਦੀ ਰਜ਼ਾ ਸ਼ੁਕਰਾਨੇ ਵਿੱਚ ਰਾਜੀ ਸਨ, ਕਿਉਂਕਿ ਸਤਿਗੁਰੂ ਅਰਜਨ ਸਾਹਿਬ ਜੀ ਮਹਾਰਾਜ ਜੀ ਉਸ ਅਕਾਲ ਪੁਰਖ ਦਾ ਸ਼ੁਕਰਾਨਾ ਕਰਦੇ ਹੋਏ ਉਸ ਬੱਚੇ ਲਈ ਕਿੰਨੇ ਕਰਮੋਂ ਨੇ, ਭਾਈ ਪਿਰਥੀਏ ਚੰਦ ਨੇ ਉਸ ਨੂੰ ਖਤਮ ਕਰਨ ਲਈ ਰਾਹ ਅਪਣਾਏ, ਪਰ ਇੱਕ ਵਿੱਚ ਵੀ ਸਫਲ ਨਾ ਹੋ ਸਕੇ। ਇਸੇ ਤਰ੍ਹਾਂ ਜਦੋਂ ਕੋਈ ਵਾਰ ਨਾ ਚੱਲੀ, ਜਦੋਂ ਇਹਨਾਂ ਗੱਲਾਂ ਨਾਲ ਕੁਝ ਨਾ ਬਣਿਆ ਨਾ, ਤਾਂ ਦਿੱਲੀ ਦਰਬਾਰ ਦਾ ਬੂਹਾ ਜਾ ਕੇ ਖੜਕਾ ਦਿੱਤਾ। ਪਿਰਥੀਏ ਨੇ ਦਾਅਵਾ ਕੀਤਾ ਕਿ ਮੇਰਾ ਹੱਕ ਹੈ। ਜਦੋਂ ਇਹ ਹੱਕ ਦੀ ਗੱਲ ਕਰਨ ਲੱਗਾ ਨਾ, ਭਾਈ ਪਿਰਥੀ ਚੰਦ ਕਿ ਗੁਰਗੱਦੀ ਦਾ ਮਾਲਕ ਮੈਂ ਹਾਂ, ਮੈਂ ਵੱਡਾ ਹਾਂ, ਮੇਰਾ ਇਨਸਾਫ ਕੀਤਾ ਜਾਵੇ। ਸਤਿਗੁਰੂ ਅਰਜਨ ਦੇਵ ਜੀ ਮਹਾਰਾਜ ਕਹਿਣ ਲੱਗੇ, ਭਾਈ ਸਾਡੇ ਤੇ ਤਾਂ ਕੋਈ ਅਸਰ ਨਹੀਂ, ਨਾ ਹੀ ਅਸੀਂ ਗੁਰਗੱਦੀ ਚਾਹੁੰਦੇ ਹਾਂ। ਜਿਸ ਨੂੰ ਲੋੜ ਹੋਵੇ ਉਹ ਗੱਦੀ ਪ੍ਰਾਪਤ ਕਰ ਸਕਦਾ ਹੈ, ਪਰ ਧੰਨ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਜਾਣੀ ਜਾਣ ਸਨ। ਕਿਉਂਕਿ ਆਮ ਹੀ ਗੱਲ ਹੈ, ਜਦੋਂ ਕਿਸੇ ਦਾ ਪਿਤਾ ਸਿਰ ਤੋਂ ਉੱਠ ਜਾਵੇ ਨਾ, ਕਿ ਅਸੀਂ ਪਰਿਵਾਰ 'ਚੋਂ ਵੱਡੇ ਦਾ ਸਤਿਕਾਰ ਕਰਕੇ ਉਹਨਾਂ ਨੂੰ ਆਪਾਂ ਜ਼ਿੰਮੇਵਾਰੀ ਸੌਂਪ ਦਿੰਦੇ ਹਾਂ। ਪਰ ਜਦੋਂ ਪਰਿਵਾਰ ਦੇ ਮੁਖੀ ਦੇ ਮੈਂਬਰ ਵਿੱਚ ਹੀ ਮੈਲ ਆ ਜਾਵੇ ਤੇ ਉੱਥੇ ਪਰਿਵਾਰ ਕਰੇਗਾ ਕੀ? ਅਕਬਰ ਜਾਣਦਾ ਸੀ ਕਿ ਗੁਰਗੱਦੀ ਵਿਰਾਸਤ ਨਹੀਂ ਹੈ। ਇਹ ਤੀਸਰੇ ਪਾਤਸ਼ਾਹ ਦੇ ਕੋਲ ਗੋਬਿੰਦਵਾਲ ਸਾਹਿਬ ਦਰਸ਼ਨ ਕਰਨ ਲਈ ਜਦੋਂ ਗਿਆ ਨਾ, ਇਸਨੇ ਸੁਣਿਆ ਸੀ ਕਿ ਧੰਨ ਧੰਨ ਗੁਰੂ ਨਾਨਕ ਦੇਵ ਜੀ ਨੇ ਪੁੱਤਰਾਂ ਨੂੰ ਛੱਡ ਕੇ ਜਿਹੜੀ ਗੁਰਗੱਦੀ ਦੀ ਸੇਵਾ ਕਰਨ ਵਾਲੇ ਭਾਈ ਲਹਿਣਾ ਜੀ ਨੂੰ ਆਪਣੇ ਪਾਵਨ ਪਿੱਤਰ ਸਥਾਨ ਤੇ ਬਿਠਾ ਦਿੱਤਾ।
ਕਿਉਂਕਿ ਲਖਮੀ ਦਾਸ ਜੀ ਤੇ ਸ੍ਰੀ ਚੰਦ ਜੀ ਗੁਰਗੱਦੀ ਦੇ ਲਾਇਕ ਨਹੀਂ ਸਨ।